ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੂਕ ਉਚਰੇ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਆਂਦ ਲਖੇ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਸਿਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਹੇ ਅਕਾਲ ਪੁਰਖ, ਉਸ ਵੇਲੇ ਤੋਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ ਜਦੋਂ ਤੇਰੇ ਦੁਆਰ ਆਉਣ ਦਾ ਸੰਜੋਗ ਬਣਿਆ। ਔਰ ਉਸ ਸੰਜੋਗ ਦਾ ਸਦਕਾ ਜੀਵਨ ਜਿਹੜਾ ਸੀ ਆਨੰਦਮਈ ਬਣ ਗਿਆ। ਇਹ ਸਭ ਤੇਰੀ ਕਿਰਪਾ। ਜਿਸ ਕਰਕੇ ਮੰਗ ਕੀਤੀ ਹੈ, ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ। ਦੂਸਰਾ ਇੱਕ ਹੋਰ ਬੜਾ ਸਤਿਗੁਰਾਂ ਦਾ ਪਾਵਨ ਵਾਕ ਹੈ ਕਿ ਪੂਰਬ ਕਰਮ ਔਂਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕੋਈ ਪੂਰਬਲਾ ਕਰਮ ਪ੍ਰਗਟ ਹੋ ਗਿਆ, ਉਹਦਾ ਔਂਕਰ, ਕੋਈ ਬੈਰਾਗੀ ਹਿਰਦੇ ਵਾਲਾ ਮਹਾਂਪੁਰਸ਼ ਉਹਦੀ ਸੰਗ ਮਿਲ ਗਿਆ ਤੇ ਹੋਇਆ ਕਿ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਇਹ ਚੇਤਨਾ ਜਨਮਾਂ ਜਨਮਾਂ ਦੀ ਸੁੱਤੀ ਹੋਈ ਜਾਗਰਤ ਹੋ ਗਈ। ਅਨੰਤ ਜਨਮਾਂ ਤੋਂ ਇਹ ਸੁੱਤੀ ਹੋਈ ਹੈ। ਪਸ਼ੂ ਜੂਨੀਆਂ ਬਨਸਪਤੀ ਪੱਥਰ ਵਿੱਚ ਤੇ ਬਿਲਕੁਲ ਸੁੱਤੀ ਹੋਈ ਹੈ, ਲੇਕਿਨ ਵਿਕਾਸ ਉਹਦਾ ਵੀ ਹੈ। ਬਨਸਪਤੀ ਵਿੱਚ ਕੁਝ ਥੋੜ੍ਹੀ ਜਿਹੀ ਜਾਗਰਤ ਹੈ, ਪਸ਼ੂਆਂ ਵਿੱਚ ਉਸ ਤੋਂ ਵੀ ਥੋੜ੍ਹੀ ਜਿਹੀ ਜਾਗਰਤ ਹੈ, ਪਰ ਮਨੁੱਖ ਜੂਨੀ ਵਿੱਚ ਤੇ ਜ਼ਿਆਦਾ ਜਾਗਰਤ ਹੈ। ਔਰ ਜੇ ਕਿਤੇ ਇਸ ਨੂੰ ਸੰਗ ਮਿਲ ਜਾਏ ਆਪਣੇ ਪਿਆਰੇ ਦਾ, ਜੀਵਨ ਮਿਲਿਆ ਹੀ ਇਸੇ ਵਾਸਤੇ ਹੈ। ਮਹਾਰਾਜ ਕਹਿੰਦੇ ਨੇ ਬਾਕੀ ਸਭ ਕੁਝ ਬਾਕੀ ਜੂਨੀਆਂ ਵਿੱਚ ਮਿਲਦਾ ਰਿਹਾ ਹੈ। ਸਾਰ ਕਿਤਾਬਲੀ ਦਾ ਕਰਤਾ ਲਿਖਦਾ ਹੈ, ਆਹਰ ਨਿੰਦਰਾ ਭੋਗ ਭੈ ਇਹ ਪਸ ਪੁਰਖ ਸਮਾਨ। ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸ਼ੂ ਜਾਨ। ਆਹਾਰ ਮਨੁੱਖ ਵੀ ਕਰਦਾ ਹੈ, ਪਸ਼ੂ ਵੀ ਕਰਦੇ ਨੇ। ਸੌਂਦਾ ਮਨੁੱਖ ਵੀ ਹੈ, ਪਸ਼ੂ ਵੀ ਸੌਂਦੇ ਨੇ। ਬੱਚੇ ਪਸ਼ੂ ਵੀ ਪੈਦਾ ਕਰਦੇ ਨੇ, ਪਾਲਣਾ ਵੀ ਕਰਦੇ ਨੇ। ਵਾਧਾ ਕੀ ਹੈ? ਇਹਦੇ ਅੰਦਰ ਗਿਆਨ ਹੈ। ਔਰ ਉਹ ਗਿਆਨ ਜੇ ਕਿਤੇ ਆਪਣੇ ਕੇਂਦਰ ਦੇ ਨਾਲ ਜੁੜ ਜਾਏ
ਆਇਆ ਤੇ ਜੁੜਨ ਵਾਸਤੇ ਹੀ ਹੈ, ਆਇਆ ਤੇ ਇੰਜ ਕਹਿ ਲੋ ਲੀਨ ਹੋਣ ਵਾਸਤੇ ਹੀ ਹੈ। ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਇਹ ਗੋਬਿੰਦ ਨੂੰ ਆਪਣਾ ਜੀਵਨ ਦਾ ਮਨੋਰਥ ਬਣਾ ਲੈ, ਐਸਾ ਵੱਡੇ ਭਾਗਾਂ ਦੇ ਨਾਲ ਹੁੰਦਾ ਹੈ। ਔਰ ਮਹਾਰਾਜ ਨੇ ਬੜੀ ਮਹਿਮਾ ਕੀਤੀ ਹੈ। ਜਿਹੜਾ ਗਿਆਨ ਹੈ, ਗਿਆਨ ਤੋਂ ਬਿਨਾਂ ਕਹਿੰਦੇ ਪਸ਼ੂ ਹੈ। ਪਸ਼ੂ ਮਾੜਾ ਨਹੀਂ ਹੈ, ਪਸ਼ੂ ਮਿਲੈ ਚੰਗਿਆਈਆਂ ਖੜਖਾਵੇਂ ਅੰਮ੍ਰਿਤ ਦੇ। ਲੇਕਿਨ ਪਸ਼ੂ ਜੋਨੀਆਂ ਦੇ ਵਿੱਚ ਉਹ ਸਮਝ ਨਹੀਂ ਹੈ। ਪਰਿਵਾਰ ਦੇ ਹੁੰਦਿਆਂ ਪਰਿਵਾਰ ਦੀ ਸਮਝ ਕੋਈ ਨਹੀਂ। ਇੰਜ ਕਹਿ ਲੋ ਕਿ ਪਸ਼ੂ ਵਾਸਤੇ ਕੋਈ ਕਰਮ ਜਿਹੜਾ ਹੈ ਨਾ, ਕਰਮ ਜੂਨੀ, ਪਸ਼ੂ ਤੇ ਕੇਵਲ ਭੋਗ ਜੂਨੀ ਹੈ। ਮਨੁੱਖ ਭੋਗ ਜੂਨੀ ਵੀ ਹੈ ਤੇ ਕਰਮ ਜੂਨੀ ਵੀ ਹੈ। ਇਸ ਕਰਕੇ ਕਿਹਾ ਗਿਆ ਕਿ ਕਰਮ ਕਰ ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਉਹ ਕਰਮ ਕਰ ਜਿਹਦੇ ਨਾਲ ਤੇਰਾ ਮਨ ਮੈਲਾ ਨਾ ਹੋਵੇ, ਤੇ ਫਿਰ ਹਰ ਕੀਰਤਨ ਮੈਂ ਇਹ ਮਨ ਜਾਗੇ, ਇਹ ਮਨ ਜਾਗ ਪਵੇ। ਹੁਣ ਜਦੋਂ ਮਨ ਜਾਗਦਾ ਹੈ, ਹੁਣ ਸੁੱਤੇ ਦੀ ਕੀ ਨਿਸ਼ਾਨੀ ਹੈ ਤੇ ਜਾਗਦੇ ਦੀ ਕੀ ਨਿਸ਼ਾਨੀ ਹੈ? ਠੀਕ ਹੈ, ਮੈਂ ਆਪਣੀ ਗੱਲ ਕਰਦਾ, ਅਸੀਂ ਦੇਖਣ ਨੂੰ ਜਾਗਦੇ ਲੱਗਦੇ ਹਾਂ, ਪਰ ਮਹਾਰਾਜ ਕਹਿੰਦੇ ਨਹੀਂ, ਬਹੁਤਾਤ ਵਿੱਚ ਸੁੱਤਾ ਹੋਇਆ ਹੀ ਹੈ ਸਾਰਾ। ਜਾਗਤ ਸੋਇਆ ਜਨਮ ਗਵਾਇਆ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਜਿਹੜੀ ਵਿਕਾਰੀ ਦ੍ਰਿਸ਼ਟੀ ਹੈ, ਕਿਸੇ ਦੇ ਧਨ ਦਾ ਲੋਭ, ਕਿਸੇ ਦੀ ਪ੍ਰਭਤਾ ਦਾ ਲੋਭ, ਕਿਤੇ ਰੂਪ ਦਾ ਲੋਭ, ਇਹ ਪਸ਼ੂ ਉੱਤੇ ਕਾਨੂੰਨ ਲਾਗੂ ਨਹੀਂ ਹੁੰਦਾ। ਇਹ ਤੇ ਸਮਝ ਮਨੁੱਖ ਨੂੰ ਹੈ। ਤੋ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਨ ਨਿੰਦ ਵਿਚਾਰ। ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਘਰ ਮੇਂ ਹੈ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਹੁਣ ਸਾਬਤ ਵਸਤ ਕੇਵਲ ਪਰਮਾਤਮਾ ਹੈ। ਉਂਝ ਤੇ ਮਨੁੱਖ ਜਿਹੜਾ ਕਹੀਏ ਪਵਿੱਤਰ ਹੋ ਜਾਏ, ਨਹੀਂ ਹੋ ਸਕਦਾ। ਕਿਉਂਕਿ ਇੱਥੇ ਤੇ ਇੰਜ ਕਹਿ ਲਓ ਬਣਿਆ ਹੀ ਮੈਲ ਤੋਂ ਹੈ, ਔਰ ਮੈਲ ਇਹਦੇ ਹਰ ਵੇਲੇ ਅੰਦਰ ਰਹਿੰਦੀ ਹੈ। ਲੇਕਿਨ ਮਹਾਰਾਜ ਕਹਿੰਦੇ ਨੇ ਜੇ ਕਿਤੇ ਤੂੰ ਪਰਮਾਤਮਾ ਨਾਲ ਸਾਂਝ ਪਾ ਲਵੇਂ ਤੇ ਪਵਿੱਤਰ ਹੋ ਜਾਏਗਾ। ਕਿਵੇਂ ਪਵਿੱਤਰ ਹੋਏਗਾ? ਏਕ ਵਸਤ ਬੂਝੈ ਤਾਂ ਹੋਵਹਿ ਪਾਕ, ਬਿਨ ਬੂਝੇ ਤੂੰ ਸਦਾ ਨਾਪਾਕ। ਨਾਪਾਕ ਅਪਵਿੱਤਰ, ਹਰ ਵੇਲੇ ਪਵਿੱਤਰ ਰਹੇਗਾ, ਹਰ ਵੇਲੇ ਤੇਰੇ ਮਨ ਦੇ ਵਿੱਚ ਮੈਲੇ ਫੁਰਨੇ ਚੱਲਣਗੇ। ਤੇ ਜੇ ਤੂੰ ਪਾਕ ਹੋਣਾ ਚਾਹੁੰਦਾ ਹੈ, ਪਵਿੱਤਰ ਹੋਣਾ ਚਾਹੁੰਦਾ ਹੈ, ਤੇ ਰੱਬੀ ਡਰ ਦੇ ਵਿੱਚ ਆ ਜਾ। ਰੱਬ ਦਾ ਡਰ ਜਿਹੜਾ ਹੈ ਨਾ, ਤੇਰੀ ਸਾਰੀ ਮੈਲ ਬਾਹਰ ਕੱਢ ਦੇਗਾ। ਭੈ ਪਇਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉ ਬੈਸੰਤਰ ਧਾਤ ਸੁੱਧ ਹੋਏ। ਜਿਵੇਂ ਅੱਗ ਸੋਨੇ ਦੀ ਖੋਟ ਜਿਹੜੀ ਹੈ ਉਹਨੂੰ ਕੱਢ ਦਿੰਦੀ ਹੈ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਇਸ ਤਰ੍ਹਾਂ ਹਰੀ ਦਾ ਜਿਹੜਾ ਭਉ ਹੈ ਨਾ, ਉਹ ਦੁਰਮਤ ਦੀ ਸਾਰੀ ਮੈਲ ਬਾਹਰ ਕੱਢ ਦਿੰਦਾ। ਨਾਨਕ ਤੇ ਜਨ ਸੋਹਣੇ ਜੋ ਰੱਤੇ ਹਰ ਰੰਗ ਲਾਏ। ਤੋ ਭੈ ਬਿਨ ਭਗਤ ਨਾ ਹੋਵਈ, ਜੇ ਅਨੇਕ ਕਰੇ ਸਿੰਗਾਰ। ਇਹ ਜਿਹੜਾ ਭੈ ਹੈ ਨਾ, ਇਹ ਪ੍ਰਭੂ ਦੀ ਮਿਹਰ ਦੇ ਨਾਲ ਪੈਂਦਾ ਹੈ। ਇੰਜ ਕਹਿ ਲਓ ਕਿ ਪ੍ਰਭੂ ਤਰੁੱਠ ਜਾਵੇ ਤੇ ਆਪਣੇ ਭੈ ਦੇ ਵਿੱਚ ਉਹਨੂੰ ਰੱਖਦਾ ਹੈ। ਇਹ ਜਿਹੜੀ ਅਸੀਂ ਆਪਣੇ ਯਤਨ ਨਾਲ ਕਹਿੰਦੇ ਹਾਂ ਨਾ, ਸਾਡਾ ਮਨ ਜਿਹੜਾ ਹੈ ਉਹ ਕਾਬੂ ਵਿੱਚ ਆ ਜਾਵੇ, ਸਾਡੇ ਵਾਲੇ ਵਿਚਾਰ ਜਿਹੜੇ ਨੇ ਉਹ ਰੁਕ ਜਾਣ, ਸਾਡੀ ਹਿੰਮਤ, ਇੰਜ ਕਹਿ ਲਓ ਸਾਡੀ ਭੁੱਖ ਇਹ ਜ਼ਰੂਰ ਹੋਣੀ ਚਾਹੀਦੀ ਹੈ। ਕਿਹੜੀ? ਕਿ ਸਾਡਾ ਮਨ ਠੀਕ ਰਹੇ। ਲੇਕਿਨ ਸਮਰੱਥਾ ਸਾਡੇ ਕੋਲ ਨਹੀਂ ਹੈ ਕਿ ਠੀਕ ਹੋ ਸਕੇ। ਕਿਉਂਕਿ ਮਨ ਜਿਹੜਾ ਹੈ, ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਤੋ ਮਨ ਕਿਵੇਂ ਪਰਮਾਤਮਾ ਮਿਹਰ ਕਰਦਾ ਹੈ? ਮਹਾਰਾਜ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਕਿਸੇ ਦੀ ਵਿਕਾਰੀ ਦ੍ਰਿਸ਼ਟੀ ਨੂੰ ਬੰਨ ਮਾਰ ਦਿੰਦਾ ਹੈ ਨਾ, ਤੇ ਬਾਕੀ ਤੇ ਆਨੰਦ ਹੀ ਆਨੰਦ ਹੈ ਅੰਦਰ। ਗੱਲ ਤੇ ਉਹ ਹੈ
ਉਦੋਂ ਸਾਰਾ ਹੀ ਕਲਿਆਣ ਹੈ, ਸਭ ਸੁੱਖ ਹੀ ਸੁੱਖ ਹੈ। ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਦੁੱਖ ਤੇ ਰੋਗ ਜਿਹੜੇ ਨੇ ਇਹ ਮਨੁੱਖ ਦੇ ਇੰਜ ਕਹਿ ਲਓ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੈ। ਚਲੋ ਬਚਨ 2 ਮਿੰਟ ਮੇਰਾ ਜ਼ਿਆਦਾ ਹੋ ਗਿਆ। ਮੈਂ ਸਾਹਮਣੇ ਇੱਕ ਤਨਾਸਰੀ ਰਾਗ ਦੀ ਤਰਲੋਚਨ ਜੀ ਦਾ ਬਚਨ ਆ ਗਿਆ। ਕਹਿੰਦੇ ਨੇ ਕਿ ਤਰਲੋਚਨ ਜੀ ਜਿਹੜੇ ਸਨ ਸਭ ਨੂੰ ਪਤਾ ਪਰਮੇਸ਼ਰ ਦੇ ਪਿਆਰੇ ਸਨ, ਤੇ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਘਾਟ ਉਹ ਵੀ ਨਹੀਂ ਸੀ। ਇੰਨਾ ਵੱਡਾ ਅਗਰ ਸੰਯੋਗ ਮਿਲਿਆ ਹੈ, ਇੰਨੇ ਸਤਿਪੁਰਸ਼ਾਂ ਦੀ ਸੇਵਾ ਕਰਦੀ ਹੈ, ਕਿਸੇ ਵੇਲੇ ਮਨ ਦੇ ਵਿੱਚ ਕੋਈ ਗਿਲਾ ਸ਼ਿਕਵਾ ਆ ਜਾਣਾ ਸੁਭਾਵਕ ਹੈ। तो कुछ दुख महसूस होया कि शरीर बिरध होया है। संत महात्मा भी आते जाते ने, परमेश्वर कोई साडा भला कर देनो, तू नहीं कीता। कहते ਉਹਦੇ संतान नहीं सी। गिला कीता ते भाई जी समझाते ने भगत तरलोचन दी, नारायण निंद सकाए भूली गावारी, दुकृत सुकृत थारो करमरी। ਇਹ ਦੁੱਖ ਰਿਤ ਤੇ ਸੁੱਖ ਰਿਤ, ਇਹ ਦੁੱਖ ਤੇ ਸੁੱਖ ਤੇਰੇ ਕੀਤੇ ਹੋਏ ਕਰਮ ਦਾ ਫਲ ਹੈ। ਕਰਮ ਬੀਜ ਹੈ ਤੇ ਫਲ ਕੀ ਹੈ, ਜਾਂ ਦੁੱਖ ਜਾਂ ਸੁੱਖ। ਪ੍ਰਕਿਰਤੀ ਉੱਤੇ ਕਿੰਨੀ ਤਰ੍ਹਾਂ ਦੇ ਫਲ ਨੇ, ਉਨੀ ਤਰ੍ਹਾਂ ਦੇ ਬੀਜ ਨੇ, ਲੇਕਿਨ ਕਰਮ ਇੱਕ ਬੀਜ ਹੈ। ਫਲ ਦੁੱਖ ਤੇ ਸੁੱਖ ਇਹ ਤੇਰੇ ਕੀਤੇ ਕਰਮਾਂ ਦਾ ਫਲ ਹੈ, ਔਰ ਮਿਟਣਾ ਵੀ ਨਹੀਂ। पूर्व लोग कृत कर्म ना मिटेरी घर गए हन। ते कहते हो कहन लगी स्वामी जे मिटना नहीं है तो फिर आ उठ के सुबह जप तप करन दा की लाभ है। दान पुण्य सेवा सिमरन धार्मिक कर्म जे मिटने ही नहीं तो फिर एक लाभ की है। भगत जी बड़ा सुंदर समझाया है। कहन लगे देख दुकृत सुकृत थारो कर्मरी। ਪਹਿਲਾਂ ਤੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਤੱਤ ਦੀ ਗੱਲ ਇਹ ਕੱਢੀ ਹੈ ਕਿ ਪੂਰਬ ਲੋਕ ਕ੍ਰਿਤ ਕਰਮ ਨਾ ਮਿਟੇਰੀ ਕਰ ਗਏ ਹਨ, ਤਾਚੇ ਮੋਹੇ ਜਾਪੀ ਅਲੇ ਰਾਮ ਚੇ ਨਾਮੰ ਬਦਤ ਤਰਲੋਚਨ ਰਾਮ ਜੀ। ਇਹਦੇ ਅਰਥ ਮਸਕੀਨ ਜੀ ਨੇ ਇਹ ਕੀਤੇ ਨੇ ਕਿ ਮੈਂ ਇਸ ਕਰਕੇ ਨਾਮ ਜਪਦਾ। ਤਰਲੋਚਨ ਜੀ ਕਹਿੰਦੇ ਮੈਨੂੰ ਦੁੱਖ ਨੂੰ ਸਹਿਣ ਦੀ ਸ਼ਕਤੀ ਮਿਲ ਜਾਏ, ਸੁੱਖ ਨੂੰ ਸਹਿਣ ਦੀ ਵੀ ਸ਼ਕਤੀ ਮਿਲ ਜਾਏ। ਅਜੇ ਦੁੱਖ ਦੇ ਵਿੱਚ ਤੇ ਥੋੜ੍ਹਾ ਬਹੁਤਾ ਹੋ ਸਕਦਾ ਕਿਤੇ ਖਿਆਲ ਰੱਬ ਵਿੱਚ ਚੱਲ ਰਿਹਾ, ਜਿੰਨੀ ਛੇਤੀ ਸੁੱਖ ਭੁਲਾਉਂਦਾ ਹੈ ਨਾ, ਨਹੀਂ ਭੁਲਾਉਂਦਾ। ਇਸ ਕਰਕੇ ਦੁੱਖ ਨੂੰ ਦਾਤ ਕਿਹਾ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। तो इस करके मैनू शक्ति मिल जाए कि मैं दुख नूं सहन कर सकां। मनुख रब दी रजा विच आ जांदा। किन्ना भी वड्डा दुख होवे, आग्या मैं भूख सोई कर सूखा, सोग हरख नहीं जाने हो, जो जो हुक्म भयो साहिब का सो माथे ले मान्यो। बंदा रब दे हुक्म विच आ जांदा है, और हुक्म भी परमात्मा आप मनाउंदा है। तेरा भाणा तू है मनाहे जिसनों होए दयाला। ਉਹਦਾ ਭਾਣਾ ਬਣਨਾ ਕੋਈ ਸੌਖੀ ਗੱਲ ਹੈ। ਮਰ ਕਹਿੰਦੇ ਭਾਣੇ ਵਿੱਚ ਕੋ ਵਿਰਲਾ ਆਇਆ, ਲੇਕਿਨ ਜਿਹਦੇ ਉੱਤੇ ਉਹ ਮਿਹਰ ਕਰੇ ਨਾ, ਉਹਨੂੰ ਆਪਣੀ ਰਜਾ ਵਿੱਚ ਲੈ ਆਉਂਦਾ। ਇਸ ਕਰਕੇ ਸਤਿਗੁਰੂ ਰਹਿਮਤ ਕਰਨ, ਮਿਹਰ ਕਰਨ। ਰੱਬੀ ਡਰ, ਡਰ ਦੇ ਵਿੱਚ ਹੀ ਪਿਆਰ ਹੈ। ਇਹ ਰੱਬ ਦਾ ਡਰ ਡੰਡੇ ਵਾਲਾ ਨਹੀਂ ਹੈ, ਖਿਮਾ ਕਰਨੀ, ਇਹ ਪਿਆਰ ਵਾਲਾ ਡਰ ਹੈ। ਪਿਆਰ ਬੰਦੇ ਨੂੰ ਇੰਜ ਕਹਿ ਲਓ ਨਿਸ਼ਕਾਮ ਕਰ ਦਿੰਦਾ ਹੈ। ਪਿਆਰ ਜਿਹੜਾ ਜਿਹਦੇ ਨਾਲ ਮਤਲਬ ਕਿਸੇ ਵਿਅਕਤੀ ਨਾਲ ਮੇਰਾ ਪਿਆਰ ਹੋਇਆ ਹੈ ਤੇ ਮੈਂ ਉਹਦੇ ਨਾਲ ਕਿਵੇਂ ਧੋਖਾ ਕਰਾਂਗਾ। ਉਹਦੇ ਘਰ ਜਾਵਾਂਗਾ ਨਾ, ਮੇਰਾ ਮਨ ਨਿਰਮਲ ਹੋਏਗਾ। ਉਹਦੇ ਘਰ ਧਨ ਪਿਆ ਹੈ, ਰੂਪ ਹੈ, ਕੋਈ ਖਤਰਾ ਨਹੀਂ। ਪਰ ਜਦੋਂ ਮੈਂ ਉਹਦੇ ਘਰੋਂ ਬਾਹਰ ਨਿਕਲਾਂਗਾ ਨਾ, ਫਿਰ ਮੇਰਾ ਇਹ ਮਨ ਉਸ ਤਰ੍ਹਾਂ ਦਾ ਨਹੀਂ ਹੋਵੇਗਾ। ਤੋ ਜਿਹੜਾ ਪਰਮਾਤਮਾ ਦੇ ਨਾਲ ਪਿਆਰ ਕਰਦਾ ਹੈ, ਫਿਰ ਉਹ ਸਾਰਾ ਸੰਸਾਰ ਹੀ ਉਹਦਾ ਆਪਣਾ ਹੋ ਜਾਂਦਾ। ਫਿਰ ਉਹ ਕਿਸੇ ਦੇ ਨਾਲ ਵੀ ਛਲ ਕਪਟ ਨਹੀਂ ਕਰਦਾ, ਉਹ ਫਿਰ ਉਹਦੇ ਨਾਲ ਜੁੜ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇੱਕ ਸੱਜਣ ਸਭ ਸੱਜਣਾ। ਇਹ ਕਿਵੇਂ ਹੋਇਆ ਕਿ ਸੂਰਜ ਤੂੰ ਮੇਰਾ ਆਪਣਾ ਹੈ,
किरणा मैं तेरे नाल नफरत करदा नहीं। सूरज नाल प्रेम है तो किरणा दे नाल भी प्रेम है। किरणा भी तो उसे दा ही रूप ने। औखी खेड़ पता की है सब तो, मन की मत नूं छड्डना, क्योंकि असी नहीं छड्ड सकते मन। मन बारे एक दोहरा है दसम पातशाह जी का। वो कहते ने प्रश्न ने कुछ, को सूरा सुंदर कवन, कवन जोग को सार, को दाता ज्ञानी कवन, को विचार अविचार। भी सुंदर कौन है, सूरमा कौन है, दानी कौन है, विचारवान कौन है, बिना विचार तो कौन है। तो सतगुरु ने जवाब नहीं दिता। कहते ने पंडित गणेशा सिंह जी ने जवाब दिते सन कि मन जीते सूरा वही, सुंदर है गुणवान, जब मन की थिरता भई, सार जोगे जान। सुंदर कौन है? महाराज कहते हैं कि सुंदर वो है जिहदे विच गुण ने। सूरमा कौन है? को सूरा सुंदर कवन। महाराज कहते मन जीते सूरा वही, सुंदर है गुणवान, जब मन की थिरता भई, सार जोगे जान। ये भगती का फल है, मन का टिक जाना। उसकी किरपा तो बिना मन नहीं टिकता। मन मेरा दयाल सेती थिर ना रहे। ते की करदा है? लोभी, कपटी, पापी, अखंडी, माया अधिक लगे। सो मैं मुआफ़ी मंगदा इन्ने दे विच। मैनू तकरीबन साल 2 साल तो मैं कथा नहीं करता, ना मेरा यहो जिहा संयोग है। मेरे मन च आया सी कि बाबा जी ने कह देना है कि तुसी कथा करो, तो मैं की करांगा, मैं हुण करदा ही नहीं। मैनू अभ्यास ही नहीं है मेरा। लेकिन थोड़ा जिहा पिछला जिहड़ा वो है ना, वो पर्दा ढकण वास्ते मैं आप जी नूं सुना दिता है। होइयां बेअंत भुलां दी खिमा। आओ फतेह गजाओ। वाहिगुरू जी का खालसा, वाहिगुरू जी की फतेह।